ਦੱਖਣੀ ਭਾਰਤ। ਪਹਿਲਾਂ ਅਸੀਂ ਪੜ੍ਹਿਆ ਦੱਖਣ ਬਾਰੇ, ਜੋ ਕਿ ਵਿੰਧਿਆ ਪਰਬਤ ਅਤੇ ਨਰਮਦਾ ਨਦੀ ਦੇ ਜੋ ਖੇਤਰ ਹੈ ਉਸ ਨੂੰ ਦੱਖਣ ਕਿਹਾ ਜਾਂਦਾ। ਉਸ ਦੇ ਵਿੱਚ ਇੱਕ ਮੈਗਾਲਿਥਿਕ ਮਹਾਂਪਛਾਣ ਸੱਭਿਅਤਾ ਹੋਈ ਅਤੇ ਉਹਦੇ ਬਾਰੇ ਪੜ੍ਹਿਆ। ਦੱਖਣੀ ਭਾਰਤ, ਸਭ ਤੋਂ ਪਹਿਲਾਂ ਦੱਖਣੀ ਭਾਰਤ ਦੇ ਵਿੱਚ ਜਦੋਂ ਅਸੀਂ ਮੌਰਿਆ ਸਮਰਾਜ ਬਾਰੇ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਦੱਖਣੀ ਭਾਰਤ ਦੇ ਖੇਤਰਾਂ ਦਾ ਵੀ ਵਰਣਨ ਹੈ। ਉਹ ਹੈ ਚੌਲ, ਪਾਂਡਿਆ ਅਤੇ ਚੇਰ। ਇਸ ਨੂੰ ਸੱਤਿਆ ਪੁੱਤਰ ਜਾਂ ਕੇਰਲ ਪੁੱਤਰ ਵੀ ਕਿਹਾ ਜਾਂਦਾ ਹੈ। ਅੱਜ ਅਸੀਂ ਇਹਨਾਂ ਤਿੰਨਾਂ ਦੇ ਬਾਰੇ ਇਸ ਵੀਡੀਓ ਰਾਹੀਂ ਕਰਾਂਗੇ। ਚੌਲ ਮੰਡਲ। ਚੌਲ ਮੰਡਲ ਚੌਲ ਰਾਜ ਕਾਵੇਰੀ ਡੈਲਟਾ ਵਿੱਚ ਸਥਿਤ ਸੀ। ਦੇਖੋ ਜੇਕਰ ਯਾਦ ਕਰਨਾ ਹੈ ਵੀ ਕਿਹੜੇ ਡੈਲਟੇ ਵਿੱਚ ਸੀ ਤਾਂ ਚੌਲ ਨੂੰ ਜੇ ਥੋੜ੍ਹਾ ਜਿਹਾ ਅਸੀਂ ਉਹ ਕਰ ਲਈਏ, ਅਸੀਂ ਆਮ ਤੌਰ 'ਤੇ ਕੜੀ ਚਾਵਲ ਬੜੇ ਖਾਣੇ ਪਸੰਦ ਕਰਦੇ ਹਾਂ। ਜੇ ਕੜੀ ਤੋਂ ਕਰ ਲਈਏ ਕਰੀ, ਤਾਂ ਕਰੀ ਤੋਂ ਦੋ ਤਿੰਨ ਚੀਜ਼ਾਂ ਨਿਕਲ ਕੇ ਆਉਣਗੀਆਂ। ਕਰੀ ਤੋਂ ਪਹਿਲੀ ਗੱਲ ਤਾਂ ਨਿਕਲ ਕੇ ਆਇਆ ਸਾਡਾ ਕੋਰੋਮੰਡਲ ਕਹਿੰਦੇ ਆ ਅਸੀਂ, ਚੌਲ ਮੰਡਲ ਜਾਂ ਕੋਰੋਮੰਡਲ। ਚੌਲ ਰਾਜ ਕੋਰੋ, ਕੜੀ ਚਾਵਲ ਯਾਦ ਰੱਖਣ ਵਾਸਤੇ ਕੜੀ ਚਾਵਲ ਤਾਂ ਸਾਡਾ ਕਾਵੇਰੀ ਡੈਲਟਾ, ਕਿਉਂਕਿ ਜਿਹੜੀ ਚੌਲ ਦੀ ਫਸਲ ਆ ਉਸ ਨੂੰ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਆ, ਤਾਂ ਡੈਲਟਾਈ ਖੇਤਰਾਂ ਵਿੱਚ ਚੌਲ ਜ਼ਿਆਦਾ ਹੁੰਦਾ, ਤਾਂ ਕਾਵੇਰੀ ਦਾ ਡੈਲਟਾ। ਜੇਕਰ ਅਸੀਂ ਵਿੱਚੋਂ ਵਾਹਵਾ ਕੱਢ ਦਈਏ ਤਾਂ ਕਰੀ ਬਣ ਜਾਊਗਾ, ਉਹੀ ਕੜੀ ਚਾਵਲ। ਕਰੋ ਮੰਡਲ, ਇਹਨੂੰ ਅਸੀਂ ਕੜੀ ਚਾਵਲ ਨਾਲ ਜੋੜ ਸਕਦੇ ਹਾਂ। ਫਿਰ ਕਾਵੇਰੀ, ਜੇ ਵਾਹਵਾ ਕੱਢ ਦਈਏ ਤਾਂ ਕਰੀ। ਕਾਵੇਰੀ ਡੈਲਟਾ ਵਿੱਚ ਸਥਿਤ ਸੀ। ਇਸ ਦੀ ਰਾਜਧਾਨੀ ਉਰਿਆਰ, ਜੋ ਕਿ ਵਰਤਮਾਨ ਤ੍ਰਿਚਨਾਪਾਲੀ ਸੀ। ਇਹ ਇੱਕ ਪ੍ਰਸਿੱਧ ਰਾਜਾ ਕਾਰੀਕਲ। ਦੇਖੋ ਫਿਰ ਉਹੀ ਕੜੀ ਚਾਵਲ ਤੋਂ ਜੇਕਰ ਕਰੀ ਕਰ ਲਈਏ ਤਾਂ ਕਾਵੇਰੀ ਬਣ ਗਿਆ, ਕਰੋਮੰਡਲ ਬਣ ਗਿਆ ਅਤੇ ਨਾਲ ਹੀ ਕਾਰੀਕਲ ਬਣ ਗਿਆ। ਕਾਰੀਕਲ ਨੇ ਗਵਾਂਢੀ ਚੇਰ ਅਤੇ ਪਾਂਡਿਆ ਰਾਜਾਂ ਉੱਤੇ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ। ਜੇਕਰ ਨਕਸ਼ਾ ਦੇਖੀਏ ਤਾਂ ਜਿਹੜਾ ਸਾਡਾ ਇੱਧਰ ਖੇਤਰ ਹੈ ਇਹ ਹੈ ਚੌਲ ਮੰਡਲ। ਜੋ ਇੱਧਰਲਾ ਖੇਤਰ ਹੈ ਇਸ ਨੂੰ ਅਸੀਂ ਮਾਲਾਵਰ ਕਹਿੰਦੇ ਹਾਂ, ਅਤੇ ਜੋ ਇੱਧਰਲਾ ਖੇਤਰ ਹੈ ਇਸ ਨੂੰ ਅਸੀਂ ਕੋਰੋਮੰਡਲ ਕਹਿੰਦੇ ਹਾਂ। ਜਦੋਂ ਅਸੀਂ ਭੂਗੋਲ ਦੇ ਵਿੱਚ ਪੜ੍ਹਦੇ ਹਾਂ ਤਾਂ ਚੌਲ ਮੰਡਲ, ਕੋਰੋਮੰਡਲ, ਇਹ ਨਦੀ ਇੱਧਰ ਡੈਲਟਾ ਕਾਵੇਰੀ ਦਾ, ਅਤੇ ਇਹਦਾ ਖੇਤਰ ਸੀ ਕਾਵੇਰੀ ਡੈਲਟਾ ਦੇ ਵਿੱਚ। ਅਤੇ ਰਾਜਾ ਕੌਣ ਸੀਗਾ? ਕਾਰੀਕਲ। ਦੇਖੋ ਕੜੀ ਚਾਵਲ ਨਾਲ ਜੋੜ ਸਕਦੇ ਹਾਂ, ਕੜੀ ਚੌਲ ਨਾਲ, ਤਾਂ ਸਭ ਤੋਂ ਪਹਿਲਾਂ ਕਰੋਮੰਡਲ, ਫਿਰ ਸਾਡਾ ਬਣ ਗਿਆ ਕਾਵੇਰੀ, ਜੇ ਵਾਹਵਾ ਕੱਢ ਦਈਏ ਤਾਂ ਕਰੀ ਬਣ ਜੂਗਾ। ਫਿਰ ਕਾਰੀਕਲ। ਇਸ ਤਰ੍ਹਾਂ ਚੌਲ ਮੰਡਲ ਹੋ ਗਿਆ, ਪਾਂਡਿਆ, ਅਤੇ ਫਿਰ ਇੱਧਰ ਹੈ ਸਾਡਾ ਚੇਰ। ਇਸ ਤੋਂ ਕਿ ਸਾਡਾ ਆ ਗਿਆ ਪਾਂਡਿਆ ਰਾਜ ਦੀ ਰਾਜਧਾਨੀ ਮਧੁਰਾ। ਦੇਖੋ ਜੋ ਪੰਡਤ ਹੁੰਦੇ ਨੇ ਪੰਡਤ ਮਧੁਰਾ ਕੀ ਹੁੰਦੀ ਹੈ? ਸ਼ਰਾਬ। ਉਹ ਸ਼ਰਾਬ ਦਾ ਸੇਵਨ ਨਹੀਂ ਕਰਦੇ, ਉਹ ਸ਼ਰਾਬ ਨੂੰ ਪੀਣਾ ਵਧੀਆ ਨਹੀਂ ਸਮਝਦੇ। ਤਾਂ ਪਾਂਡਿਆ ਰਾਜ ਦੀ ਰਾਜਧਾਨੀ ਕਿਹੜੀ ਸੀ? ਮਧੁਰਾ। ਪਾਂਡਿਆ ਰਾਜ ਆਪਣੇ ਮੋਤੀਆਂ ਦੇ ਵਪਾਰ ਲਈ ਪ੍ਰਸਿੱਧ ਸੀ। ਜੋ ਪੰਡਤ ਹੁੰਦੇ ਨੇ ਆਪਣੇ ਗਲ ਦੇ ਵਿੱਚ ਇੱਕ ਮਾਲਾ ਰੱਖਦੇ ਨੇ ਜੋ ਕਿ ਮੋਤੀਆਂ ਦੀ ਬਣੀ ਹੁੰਦੀ ਹੈ, ਮੋਤੀਆਂ ਦੇ ਵਪਾਰ ਲਈ ਪ੍ਰਸਿੱਧ ਸੀ। ਨੇਂਦੂ ਜਦਾਇਨ ਇੱਕ ਪ੍ਰਸਿੱਧ ਪਾਂਡਿਆ ਸ਼ਾਸਕ, ਮਧੁਰਾ ਵਿਖੇ ਹੋਣ ਵਾਲੀਆਂ ਮਹਾਨ ਸਾਹਿਤਕ ਸਭਾਵਾਂ ਦੇ ਸਰਪ੍ਰਸਤਾਂ ਵਿੱਚੋਂ ਸ਼ਾਇਦ ਇੱਕ ਸੀ। ਦੇਖੋ ਪੰਡਤਾਂ ਦਾ ਕੰਮ ਕੀ ਸੀਗਾ? ਸਾਹਿਤ ਬਾਰੇ ਪੜ੍ਹਨਾ, ਸਾਹਿਤ ਬਾਰੇ ਗਿਆਨ ਰੱਖਣਾ। ਤਾਂ ਜੋ ਵੀ ਸਾਹਿਤਕ ਸਭਾਵਾਂ ਹੁੰਦੀਆਂ ਸੀਗੀਆਂ ਉਹ ਸਾਰੀਆਂ ਪਾਂਡਿਆ ਮਧੁਰਾ ਵਿਖੇ ਹੁੰਦੀਆਂ ਸੀ। ਤਾਂ ਨੇਂਦੂ ਜਦਾਇਨ ਇੱਕ ਪ੍ਰਸਿੱਧ ਪਾਂਡਿਆ ਸ਼ਾਸਕ ਸੀ ਜੋ ਮਧੁਰਾ ਵਿਖੇ ਹੋਣ ਵਾਲੀਆਂ ਮਹਾਨ ਸਾਹਿਤਕ ਸਭਾਵਾਂ ਦੇ ਸਰਪ੍ਰਸਤ, ਭਾਵ ਜੋ ਮਹਾਨ ਵਿਦਵਾਨ ਸੀ ਉਹਨਾਂ ਨੂੰ ਸਰਪ੍ਰਸਤੀ ਦਿੱਤੀ ਸੀ, ਉਹਨਾਂ ਦੀ ਦੇਖਭਾਲ ਅਤੇ ਖਰਚ ਕੀਤਾ ਸੀ। ਤਾਂ ਨੇਂਦੂ ਜਦਾਇਨ ਇੱਕ ਪ੍ਰਸਿੱਧ ਪਾਂਡਿਆ ਸ਼ਾਸਕ, ਮਧੁਰਾ ਵਿਖੇ ਹੋਣ ਵਾਲੀਆਂ ਮਹਾਨ ਸਾਹਿਤਕ ਸਭਾਵਾਂ ਦੇ ਸਰਪ੍ਰਸਤਾਂ ਵਿੱਚੋਂ ਸ਼ਾਇਦ ਇੱਕ ਸੀ। ਰਾਜਧਾਨੀ ਸੀ ਮਧੁਰਾ। ਪਾਂਡਿਆ ਨਾਲ ਜੁੜਦੇ ਪੰਡਤ ਮਧੁਰਾ ਨਹੀਂ ਪੀਂਦੇ, ਮੋਤੀਆਂ ਦੇ ਵਪਾਰ ਲਈ ਪ੍ਰਸਿੱਧ ਸੀ। ਚੇਰ। ਦੇਖੋ ਚੇਰ ਤੋਂ ਜੇ ਅਸੀਂ ਕਰ ਲਈਏ ਚੋਰ। ਜਦੋਂ ਚੋਰ ਆਉਂਦਾ,
ਤਾਂ ਚੋਰ ਦੇ ਆਉਣ 'ਤੇ ਅਸੀਂ ਕਿਹਨੂੰ ਬੁਲਾਉਂਦੇ ਹੈਗੇ, ਤਾਂ ਸੈਨਾ ਨੂੰ। ਤਾਂ ਸੈਨਾ ਗੁੱਤੇਵਾਲ ਇੱਕ ਮਹਾਨ ਸ਼ਾਸਕ ਸੀ। ਦੇਖੋ ਚੇਰ ਰਾਜ ਜਾਂ ਕੇਰਲ ਪੁੱਤਰ, ਸੱਤਿਆ ਪੁੱਤਰ ਵੀ ਕਹਿੰਦੇ ਨੇਗੇ, ਚੇਰ ਰਾਜ ਜਾਂ ਕੇਰਲ ਪੁੱਤਰ ਜਾਂ ਸੱਤਿਆ ਪੁੱਤਰ, ਜਿਸ ਵਿੱਚ ਸਮੁੰਦਰ ਅਤੇ ਪੱਛਮੀ ਘਾਟ ਵਿਚਕਾਰਲੀ ਜ਼ਮੀਨ ਦੀ ਤੰਗ ਪੱਟੀ ਸ਼ਾਮਲ ਸੀ। ਇਸ ਵਿੱਚ ਮਾਲਾਬਾਰ, ਜਿਸ ਤਰ੍ਹਾਂ ਅਸੀਂ ਪੂਰਬ ਵਾਲੇ ਪਾਸੇ ਨੂੰ ਦੱਖਣੀ ਪੂਰਬੀ ਖੇਤਰ ਨੂੰ ਅਸੀਂ ਕਰੋਮੰਡਲ ਕਹਿੰਦੇ ਹਾਂ, ਤਾਂ ਇੱਧਰ ਦੱਖਣੀ ਪੱਛਮੀ ਖੇਤਰ ਨੂੰ ਅਸੀਂ ਕਹਿੰਦੇ ਹਾਂਗੇ ਮਾਲਾਬਾਰ, ਕੋਚੀਨ, ਵਰਤਮਾਨ ਟਰਾਵਨਕੋਰ, ਭਾਵ ਵਰਤਮਾਨ ਕੇਰਲਾ ਦਾ ਖੇਤਰ। ਤਈਓ ਇਹਨੂੰ ਕੇਰਲ ਪੁੱਤਰ ਵੀ ਕਿਹਾ ਜਾਂਦਾ, ਸੱਤਿਆ ਪੁੱਤਰ ਵੀ ਕਿਹਾ ਜਾਂਦਾ। ਤਾਂ ਮਾਲਾਬਾਰ, ਕੋਚੀਨ ਅਤੇ ਵਰਤਮਾਨ ਟਰਾਵਨਕੋਰ ਸ਼ਾਮਲ ਸਨ। ਇਸ ਦੀ ਰਾਜਧਾਨੀ ਵੱਜੀ ਸੀ। ਜਦੋਂ ਚੋਰ ਆਉਂਦੇ ਨੇ ਤਾਂ ਕੀ ਵੱਜਦਾ, ਸੈਨਾ ਨੂੰ ਘੰਟੀ ਵੱਜਦੀ ਆ। ਜਦੋਂ ਚੋਰ ਆ ਜਾਂਦੇ ਨੇ ਤਾਂ ਸੈਨਾ ਨੂੰ ਘੰਟੀ ਵੱਜਦੀ ਆ। ਤਾਂ ਰਾਜਧਾਨੀ ਕੀ ਸੀ, ਵੱਜੀ। ਅਤੇ ਪਿਰੂਨਾਰ, ਆਦਨ ਦੂਜਾ ਅਤੇ ਸੈਨਾ, ਦੇਖੋ ਇਹ ਯਾਦ ਕਰਨ ਵਾਸਤੇ ਉਹ ਸੀ ਨੇਂਦੂ ਜਦਾਇਨ ਪਾਂਡਿਆ ਦਾ। ਤਾਂ ਸੈਨਾ, ਚੋਰ ਆ ਗਿਆ ਤਾਂ ਸੈਨਾ ਨੂੰ ਕੀ ਵੱਜ ਗਈ, ਘੰਟੀ ਵੱਜੀ, ਰਾਜਧਾਨੀ ਹੋ ਗਈ। ਅਤੇ ਸੈਨਾ ਗੁੱਤੇਵਾਲ, ਪਿਰੂਨਾਰ, ਆਦਨ ਦੂਜਾ ਅਤੇ ਸੈਨਾ ਗੁੱਤੇਵਾਲ ਆਦਿ ਮਹਾਨ ਸ਼ਾਸਕ ਸਨ। ਇਹ ਜਾਪਦਾ ਹੈ ਕਿ ਚੇਰ ਰਾਜ ਦੇ ਰੋਮ ਅਤੇ ਮਿਸਰ ਨਾਲ ਪਹਿਲੀ ਸਦੀ ਈਸਵੀ ਤੋਂ ਹੀ ਸੰਬੰਧ ਸਥਾਪਿਤ ਹੋ ਗਏ ਸਨ। ਕਿਉਂਕਿ ਕੇਰਲਾ ਹੈ ਜੋ ਅੱਜ ਵੀ ਮਸਾਲਿਆਂ ਦੇ ਲਈ ਬਹੁਤ ਮਸ਼ਹੂਰ ਹੈ। ਤਾਂ ਭਾਰਤੀ ਮਸਾਲਿਆਂ ਦੀ ਜੋ ਪੱਛਮੀ ਦੇਸ਼ ਸੀ, ਰੋਮ, ਮਿਸਰ ਆਦਿ, ਇਹਨਾਂ ਵਿੱਚ ਬੜੀ ਮੰਗ ਸੀ। ਤਾਂ ਕਰਕੇ ਰੋਮ ਅਤੇ ਮਿਸਰ ਨਾਲ ਪਹਿਲੀ ਸਦੀ ਈਸਵੀ ਤੋਂ ਹੀ ਸੰਬੰਧ ਸਥਾਪਿਤ ਹੋ ਗਏ ਸਨ। ਕਿਹਨਾਂ ਦੇ, ਚੇਰਾਂ ਦੇ, ਕੇਰਲਾ ਵਾਲਿਆਂ ਦੇ। ਰੋਮ ਅਤੇ ਮਿਸਰ ਹੁੰਦਾ, ਇਹਨੂੰ ਕਹਿੰਦੇ ਇੰਗਲਿਸ਼ ਇਜਿਪਟ। ਵਪਾਰ, ਚੌਲ, ਪਾਂਡਿਆ, ਚੇਰ, ਇਹ ਤਿੰਨੋਂ ਰਾਜ ਮਿਸਰ, ਇਜਿਪਟ, ਅਰਬ, ਰੋਮ ਸਮਰਾਜ ਅਤੇ ਪੂਰਬ ਵੱਲ ਮਲਾਇਆ ਅਤੇ ਚੀਨ ਨਾਲ, ਭਾਵ ਚਾਈਨਾ ਨਾਲ ਵਪਾਰ ਕਰਦੇ ਸਨ। ਟੋਂਡੀ, ਮੁਜਰਸ, ਕਵੇਰੀਪਟਨਮ, ਅਰਕਮੇਡੂ ਅਤੇ ਕਾਰਕਾਈ। ਅਤੇ ਕੋਰਕਾਈ, ਇਹ ਸਾਰੀਆਂ ਬੰਦਰਗਾਹਾਂ ਸਨ ਜੋ ਸਮੁੰਦਰੋਂ ਪਾਰ ਵਪਾਰ ਕਰਕੇ ਖੁਸ਼ਹਾਲ ਹੋਏ ਸਨ। ਇਹ ਵਪਾਰਕ ਸੈਂਟਰ ਸਨ। ਇਹ ਕੀਮਤੀ ਪੱਥਰ, ਮਸਾਲੇ, ਹਾਥੀ ਦੰਦ, ਮੋਤੀ, ਸਿਲਕ, ਦੇਖੋ ਉਹੀ ਮਸਾਲੇ ਹੋ ਗਿਆ। ਤਾਂ ਜਿਹੜੇ ਕੇਰਲਾ ਵਾਲੇ ਸੀ, ਇਹ ਮਿਸਰ ਤੇ ਰੋਮ ਨਾਲ ਵਪਾਰ ਕਰਦੇ ਸੀ ਲਗਭਗ ਮਸਾਲਿਆਂ ਦਾ। ਕੀਮਤੀ ਪੱਥਰ, ਮਸਾਲੇ, ਹਾਥੀ ਦੰਦ, ਮੋਤੀਆਂ ਲਈ ਕੌਣ ਮਸ਼ਹੂਰ ਸੀ, ਪਾਂਡਿਆ। ਸਿਲਕ, ਮਲਮਲ, ਵਧੀਆ ਸੂਤੀ ਕੱਪੜਾ, ਪੰਛੀ ਅਤੇ ਪਸ਼ੂ ਜਿਵੇਂ ਮੋਰ ਅਤੇ ਬਾਂਦਰ ਬਾਹਰਲੇ ਦੇਸ਼ਾਂ ਵਿੱਚ ਭੇਜੇ ਜਾਂਦੇ ਸਨ। ਰੋਮ ਦੇ ਲੋਕ ਸ਼ੁੱਧ ਸੋਨੇ ਨਾਲ ਭਾਰਤੀ ਵਸਤੂਆਂ ਖਰੀਦਦੇ ਸਨ। ਰੋਮ ਦੇ ਸੋਨੇ ਨਾਲ ਦੱਖਣ ਦੇ ਭਾਰਤੀ ਰਾਜ ਬਹੁਤ ਅਮੀਰ ਹੋ ਗਏ ਸਨ, ਕਿਉਂਕਿ ਜੋ ਵੀ ਚੀਜ਼ਾਂ ਭੇਜਦੇ ਸਨ ਉਹਨਾਂ ਦੇ ਬਦਲੇ ਇਹ ਸੋਨੇ ਦੀਆਂ ਸਿੱਕੇ ਲੈਂਦੇ ਸਨ, ਸੋਨੇ ਨਾਲ ਵਪਾਰ ਕਰਦੇ ਸਨ। ਇਸ ਕਰਕੇ ਦੱਖਣੀ ਭਾਰਤ ਦੇ ਲੋਕ ਅਮੀਰ ਹੋ ਗਏ ਸਨ। ਜੇਕਰ ਅਸੀਂ ਗੱਲ ਕਰੀਏ ਐਂਬਲਮ, ਚਿੰਨ੍ਹ, ਜਿਵੇਂ ਚੇਰ ਆ ਉਹਨਾਂ ਦਾ ਸੀ ਤੀਰਕਮਾਨ ਸੀਗਾ ਪਾਂਡਿਆ ਦਾ ਸੀਗਾ। ਫਿਸ਼, ਜੋ ਪਾਂਡਿਆ ਸੀ ਉਹਨਾਂ ਦਾ ਜੋ ਨੈਸ਼ਨਲ ਉਹਨਾਂ ਦਾ ਐਂਬਲਮ ਸੀਗਾ, ਜੋ ਉਹਨਾਂ ਦਾ ਚਿੰਨ੍ਹ ਸੀ। ਜਿਸ ਤਰ੍ਹਾਂ ਸਾਡਾ ਅੱਜ ਕੱਲ੍ਹ ਅਸੀਂ 4 ਸ਼ੇਰਾਂ ਵਾਲੇ ਨੂੰ ਸਾਡੇ ਭਾਰਤ ਦਾ ਨੈਸ਼ਨਲ ਐਂਬਲਮ ਮੰਨਦੇ ਹਾਂ, ਤਾਂ ਜੋ ਪਾਂਡਿਆ ਸੀ ਇਹਨਾਂ ਦਾ ਐਂਬਲਮ ਸੀ ਫਿਸ਼, ਮੱਛੀ, ਅਤੇ ਜੋ ਚੌਲ ਸੀ ਇਹਨਾਂ ਦਾ ਐਂਬਲਮ ਸੀ ਟਾਈਗਰ। ਇਹ ਵੀ ਯਾਦ ਕਰ ਲਿਓ, ਜੋ ਚੌਲ ਸੀ ਇਹਨਾਂ ਦਾ ਐਂਬਲਮ ਕੀ ਸੀਗਾ, ਟਾਈਗਰ। ਚੌਲਾਂ ਦਾ ਕੀ ਸੀਗਾ, ਟਾਈਗਰ। ਪਾਂਡਿਆ ਦਾ ਮੱਛੀ, ਫਿਸ਼, ਅਤੇ ਚੇਰਾਂ ਦਾ ਕੀ ਸੀਗਾ, ਤੀਰਕਮਾਨ। ਲੋਕਾਂ ਦਾ ਜੀਵਨ, ਦੱਖਣੀ ਭਾਰਤ ਦੇ ਜ਼ਿਆਦਾਤਰ ਲੋਕ ਪਿੰਡਾਂ ਵਿੱਚ ਰਹਿੰਦੇ ਸਨ, ਭਾਵ ਪੇਂਡੂ ਸਨ। ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਕਰਨਾ ਸੀ। ਸ਼ਾਹੀ ਖਾਨਦਾਨ ਅਤੇ ਅਮੀਰ ਲੋਕ ਨਗਰਾਂ ਦੇ ਅੰਦਰੂਨੀ ਭਾਗਾਂ ਵਿੱਚ ਰਹਿੰਦੇ ਸਨ। ਇਹ ਤਾਂ ਸਿੱਧੀ ਜਿਹੀ ਗੱਲ ਆ, ਜੋ ਜ਼ਿਆਦਾ ਅਮੀਰ ਹੁੰਦੇ ਹਨ ਸੁਰੱਖਿਅਤ ਰਹਿਣ ਲਈ ਅੰਦਰਲੇ ਭਾਗਾਂ 'ਚ ਰਹਿੰਦੇ ਹਨ। ਬਹੁਤ ਸਾਰੇ ਵਪਾਰੀ ਅਤੇ ਕਾਰੀਗਰ ਤੱਟ, ਜੋ ਵਪਾਰੀ ਲੋਕ ਸਨ, ਕਿਉਂਕਿ ਸਮੁੰਦਰੀ ਰਸਤਾ ਸੀ, ਸਾਰਾ ਸਮੁੰਦਰ ਨਾਲ ਲੱਗਦਾ ਸੀ, ਤਾਂ ਜੋ ਵਪਾਰੀ ਲੋਕ ਸੀ ਉਹ ਲਗਭਗ ਸਮੁੰਦਰੀ ਖੇਤਰਾਂ ਵਿੱਚ ਕਾਰੀਗਰ ਤੱਟਾਂ ਨਾਲ ਲੱਗਦੇ ਨਗਰਾਂ ਵਿੱਚ ਰਹਿੰਦੇ ਸਨ, ਜਿੱਥੇ ਵਪਾਰ ਕਰਨਾ ਸੌਖਾ ਹੁੰਦਾ ਸੀ। ਲੋਕ ਆਪਣੇ ਕਿੱਤਿਆਂ ਅਤੇ ਹੁਨਰਾਂ 'ਤੇ ਟੈਕਸ ਦਿੰਦੇ ਸਨ। ਸੰਗੀਤ, ਨਾਚ, ਕਵਿਤਾ ਉਚਾਰਨ ਅਤੇ ਜੂਆ ਆਦਿ ਮਨੋਰੰਜਨ ਦੀਆਂ ਕਿਸਮਾਂ ਸਨ।
ਵੀਣਾ, ਬੰਸਰੀਆਂ, ਤਾਰਾਂ ਦੀ ਤਰੰਗ ਵਾਲੇ ਔਜ਼ਾਰ, ਢੋਲ ਵਰਗੇ ਸੁਰੀਲੇ ਸੰਗੀਤ ਦੇ ਔਜ਼ਾਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਭਾਵ ਇਹ ਲੋਕ ਗੀਤ ਸੰਗੀਤ ਦੇ ਵੀ ਸ਼ੌਕੀਨ ਸਨ। ਇਹ ਨਕਸ਼ਾ ਹੈ ਮੌਰੀਆ ਸਮਰਾਜ ਸਮੇਂ ਦਾ। ਇਸ ਨੂੰ ਅਸੀਂ ਪੂਰਾ ਜੋ ਅਸ਼ੋਕ ਦੇ ਸਤੰਭ ਨੇ ਸਾਰਾ ਇੱਕ ਵੱਖਰੀ ਵੀਡੀਓ ਰਾਹੀਂ ਕਰਾਂਗੇ। ਇਹਨਾਂ ਚੌਲ, ਪਾਂਡਿਆ ਅਤੇ ਚੇਰ ਤਿੰਨਾਂ ਦਾ ਮੌਰੀਆ ਸਮਰਾਜ ਦੇ ਸਮੇਂ ਯੁੱਗ ਗ੍ਰੰਥ ਮਿਲਦੇ ਨੇ। ਦੋ ਮਹਾਨ ਨੇ, ਅਰਥ ਸ਼ਾਸਤਰ ਅਤੇ ਇੰਡਿਕਾ, ਉਹਨਾਂ ਵਿੱਚ ਵੀ ਵਰਣਨ ਹੈ ਇਹਨਾਂ ਤਿੰਨਾਂ ਬਾਰੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸੰਗਮ ਕਾਲ ਨਾਲ ਸੰਬੰਧਿਤ ਨੇ ਇਹ ਤਿੰਨੇ, ਚੌਲ, ਪਾਂਡਿਆ ਅਤੇ ਚੇਰ। ਧਰਮ। ਉੱਤਰੀ ਭਾਰਤ ਦੇ ਧਾਰਮਿਕ ਵਿਚਾਰ ਜਿਵੇਂ ਵੈਦਿਕ ਦੇਵਤਿਆਂ ਦੀ ਪੂਜਾ, ਬੁੱਧ ਮਤ ਅਤੇ ਜੈਨ ਮਤ ਦੇ ਸਿਧਾਂਤ ਦੱਖਣੀ ਲੋਕਾਂ ਵਿੱਚ ਵੀ ਮਸ਼ਹੂਰ ਸਨ। ਉਹੀ ਬੁੱਧ ਧਰਮ, ਜੈਨ ਧਰਮ ਅਤੇ ਵੈਦਿਕ ਦੇਵਤਿਆਂ ਦੀ ਪੂਜਾ ਸਭ ਕੁਝ ਉੱਧਰ ਵੀ ਪ੍ਰਚਲਿਤ ਸੀ। ਫਿਰ ਵੀ ਬਹੁਤ ਸੰਖਿਆ ਵਿੱਚ ਲੋਕਾਂ ਨੇ ਆਪਣੇ ਆਪਣੇ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਜਾਰੀ ਰੱਖੀ। ਉੱਤਰੀ ਦਿਸ਼ਾ ਵਿੱਚ ਕਾਰਤਿਕ ਨਾਂ ਨਾਲ ਜਾਣਿਆ ਜਾਂਦਾ ਮੋਰਗਨ। ਉੱਤਰੀ ਦਿਸ਼ਾ ਵਿੱਚ ਨਾਰਥ ਵਿੱਚ ਜੋ ਕਾਰਤਿਕ ਨਾਂ ਦਾ ਦੇਵਤਾ ਮੋਰਗਨ, ਦੱਖਣ ਵਿੱਚ ਇੱਕ ਪ੍ਰਸਿੱਧ ਦੇਵਤਾ ਸੀ। ਦੱਖਣ ਵਿੱਚ ਵੀ ਉਸ ਦੀ ਪੂਜਾ ਕੀਤੀ ਜਾਂਦੀ ਸੀ। ਤਟੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਇੱਕ ਵੱਡਾ ਹਿੱਸਾ ਵੀ ਸਮੁੰਦਰੀ ਦੇਵਤੇ, ਕਿਉਂਕਿ ਸਮੁੰਦਰ ਦੇ ਨਾਲ ਲੱਗਦਾ ਸੀ ਤਾਂ ਸਮੁੰਦਰੀ ਦੇਵਤੇ ਦੀ ਪੂਜਾ ਵੀ ਕਰਦਾ ਸੀ। ਈਸਾਈ ਮਤ। 100 ਈਸਵੀ ਵਿੱਚ ਪੱਛਮੀ ਏਸ਼ੀਆ ਵਿੱਚ ਇੱਕ ਨਵਾਂ ਧਰਮ ਈਸਾਈ ਧਰਮ ਉਤਪੰਨ ਹੋਇਆ ਜੋ ਭਾਰਤ ਵਿੱਚ ਲਿਆਂਦਾ ਗਿਆ 100 ਈਸਵੀ ਪੂਰਵ ਵਿੱਚ। 100 ਈਸਵੀ ਵਿੱਚ ਇਕੱਲਾ, ਈਸਵੀ ਪੂਰਵ ਨਹੀਂ, 100 ਈਸਵੀ। ਇਸ ਦਾ ਧਰਮ ਉਪਦੇਸ਼ ਈਸਾ ਮਸੀਹ ਦੁਆਰਾ ਦਿੱਤਾ ਗਿਆ। ਇਹ ਮੁੱਢਲੇ ਯਹੂਦੀ ਧਰਮ 'ਤੇ ਆਧਾਰਿਤ ਸੀ, ਜਿਹੜਾ ਸਿਰਫ ਇੱਕ ਹੀ ਪਰਮਾਤਮਾ ਦੀ ਪੂਜਾ ਕਰਨ ਦੀ ਸਿੱਖਿਆ ਦਿੰਦਾ ਸੀ। ਪਰ ਇੱਕ ਪਰਮਾਤਮਾ ਦੀ ਪੂਜਾ ਕਰਨ ਦੀ ਸਿੱਖਿਆ ਦਿੰਦਾ ਸੀ। ਈਸਾਈ ਧਰਮ ਦਾ ਸਾਰੇ ਯੂਰਪ ਵਿੱਚ ਬਹੁਤ ਸਾਰੇ ਰੂਪਾਂ ਵਿੱਚ ਪ੍ਰਸਾਰ ਹੋਇਆ, ਜਿੱਥੇ ਇਹ ਇੱਕ ਪ੍ਰਸਿੱਧ ਧਰਮ ਬਣ ਗਿਆ। ਭਾਰਤ ਵਿੱਚ ਈਸਾਈ ਧਰਮ ਦਾ ਪ੍ਰਸਾਰ ਸਭ ਤੋਂ ਪਹਿਲਾਂ ਮਾਲਾਬਾਰ ਭਾਵ ਕੇਰਲਾ ਵਾਲਾ ਖੇਤਰ, ਕਿਉਂਕਿ ਜੋ ਚੇਰ ਸੀ, ਇਹਨਾਂ ਦਾ ਰੋਮ ਅਤੇ ਮਿਸਰ ਨਾਲ, ਇਜਿਪਟ ਨਾਲ ਵਪਾਰ ਚੱਲਦਾ ਸੀ ਬਹੁਤ ਪਹਿਲਾਂ ਤੋਂ। ਅਸੀਂ ਪੜ੍ਹਿਆ ਸੀਗਾ ਕਿ ਜੋ ਚੇਰ ਸੀਗਾ ਇਹਨਾਂ ਦਾ ਪਹਿਲੀ ਸਦੀ ਤੋਂ ਹੀ, ਭਾਵ ਈਸਾ ਮਸੀਹ ਦੇ ਜਨਮ ਤੋਂ ਬਾਅਦ ਜਿਹੜੀ ਸਦੀ ਹੁੰਦੀ ਹੈਗੀ ਉਹ ਪਹਿਲੀ ਸਦੀ ਆਉਂਦੀ ਹੈ, ਅਤੇ ਪਹਿਲੀ ਸਦੀ ਤੋਂ ਹੀ ਇਹਨਾਂ ਦਾ ਮਿਸਰ ਅਤੇ ਰੋਮ ਨਾਲ ਵਪਾਰ ਚੱਲਦਾ ਸੀ। ਤਾਂ ਕਰਕੇ ਮਾਲਾਬਾਰ ਦੇ ਤੱਟ ਭਾਵ ਕੇਰਲਾ ਵਾਲੇ ਪਾਸੇ ਸਭ ਤੋਂ ਪਹਿਲਾਂ ਪ੍ਰਸਾਰ ਅਤੇ ਚੇਨਈ, ਮਦਰਾਸ ਦੇ ਲੋਕਾਂ ਵਿੱਚ ਹੋਇਆ। ਸ਼ਿਲਾਲੇਖ ਪ੍ਰਮਾਣ ਤੋਂ ਪਤਾ ਲੱਗਦਾ ਹੈ ਕਿ 700 ਈਸਵੀ ਤੋਂ ਕੇਰਲਾ ਵਿੱਚ ਈਸਾਈ ਭਾਰਤੀ ਭਾਈਚਾਰੇ ਰਹਿੰਦੇ ਸਨ। 700 ਈਸਵੀ ਤੋਂ ਹੀ ਭਾਈਚਾਰੇ ਇਹ ਰਹਿੰਦੇ ਸੀ। ਕਿਹੜੇ? ਈਸਾਈ ਭਾਰਤੀ ਭਾਈਚਾਰੇ। ਜੇਕਰ ਕੁਐਸਚਨ ਆ ਜੇ ਈਸਾਈ ਮਤ ਕਦੋਂ ਪ੍ਰਚਲਿਤ ਹੋ ਜਾਏਗਾ? 100 ਈਸਵੀ ਵਿੱਚ। ਕਿੱਥੇ? ਪੱਛਮੀ ਏਸ਼ੀਆ 'ਚ 100 ਈਸਵੀ ਵਿੱਚ। ਉੱਤਰੀ ਭਾਰਤ ਪਿਛਲੇ ਪਾਠ ਵਿੱਚ ਅਸੀਂ ਸਿਕੰਦਰ ਬਾਰੇ ਪੜ੍ਹਿਆ ਸੀ। ਉਸਨੇ 326 ਈਸਵੀ ਪੂਰਵ ਵਿੱਚ ਭਾਰਤ ਤੋਂ ਵਾਪਸ ਜਾਣ ਸਮੇਂ ਜਿੱਤੇ ਹੋਏ ਖੇਤਰਾਂ ਵਿੱਚ ਆਪਣੇ ਗਵਰਨਰ ਨਿਯੁਕਤ ਕਰ ਦਿੱਤੇ ਸਨ। ਉਹ ਗਵਰਨਰ ਭਾਰਤ ਅਤੇ ਸਰਹੱਦੀ ਖੇਤਰਾਂ ਵਿੱਚ ਰਾਜ ਕਰਨ ਲੱਗ ਪਏ ਸਨ। ਇਹਨਾਂ ਨੂੰ ਇੰਡੋ ਗ੍ਰੀਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੌਰਿਆ ਰਾਜ ਦੇ ਪਤਨ ਤੋਂ ਬਾਅਦ ਇਹਨਾਂ ਨੇ ਦੁਬਾਰਾ ਭਾਰਤ ਉੱਤੇ ਅਧਿਕਾਰ ਕਰਨ ਦੀ ਕੋਸ਼ਿਸ਼ ਕੀਤੀ। ਡੀਮੈਟਰੀਅਸ, ਦੇਖੋ ਅਸੀਂ ਪੜ੍ਹਿਆ ਸੀਗਾ ਕਿ ਜਦੋਂ ਸਿਕੰਦਰ ਆਇਆ 326 ਈਸਵੀ ਵਿੱਚ ਹਮਲਾ ਕੀਤਾ ਅਤੇ ਵਾਪਸ ਜਾਣ ਤੋਂ ਪਹਿਲਾਂ ਉਸਨੇ ਸੈਲਿਊਕਸ ਨਿਕਾਟੋਰ ਨੂੰ ਆਪਣਾ ਗਵਰਨਰ ਨਿਯੁਕਤ ਕੀਤਾ ਸੀ ਅਫਗਾਨਿਸਤਾਨ ਦਾ, ਪਰ ਚੰਦਰਗੁਪਤ ਮੌਰਿਆ ਨੇ ਉਸ ਨੂੰ ਹਰਾਤਾ ਸੀ ਅਤੇ ਫਿਰ ਮੌਰਿਆ ਵੰਸ਼ ਦਾ ਵਿਸਤਾਰ ਹੋਇਆ ਸੀ। ਜਦੋਂ ਮੌਰਿਆ ਵੰਸ਼ ਦਾ ਖਾਤਮਾ ਹੋ ਗਿਆ ਤਾਂ ਇਹਨਾਂ ਗ੍ਰੀਕ ਲੋਕਾਂ ਨੇ ਦੁਬਾਰਾ ਫਿਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਵਿੱਚੋਂ ਅਸੀਂ ਪਹਿਲਾਂ ਪੜ੍ਹਿਆ ਡੀਮੈਟਰੀਅਸ ਇਹਨਾਂ ਵਿੱਚੋਂ ਇੱਕ ਸੀ। ਇੱਕ ਹੋਰ ਪ੍ਰਸਿੱਧ ਜਨਾਨੀ ਮਨਿੰਦਰ ਸੀ, ਜਿਸ ਨੇ ਪੁਸ਼ਯਮਿੱਤਰ ਸੁੰਗ ਦੇ ਕਾਲ ਵਿੱਚ ਹਮਲਾ ਕੀਤਾ। ਉਸਨੇ ਪੰਜਾਬ ਸਮੇਤ ਅੱਜ ਕੱਲ੍ਹ ਦਾ ਪਾਕਿਸਤਾਨ,
ਅਤੇ ਕਸ਼ਮੀਰ ਦੇ ਕੁਝ ਹਿੱਸਿਆਂ 'ਤੇ ਕਬਜ਼ਾ ਕਰ ਲਿਆ ਸੀ। ਜੋ ਮਨਿੰਦਰ ਸੀ, ਮਨਿੰਦਰ ਉਸਨੇ ਪੰਜਾਬ, ਜੋ ਪਾਕਿਸਤਾਨ ਵਾਲਾ ਪੰਜਾਬ ਅਤੇ ਕਸ਼ਮੀਰ ਦੇ ਕੁਝ ਹਿੱਸਿਆਂ 'ਤੇ ਕਬਜ਼ਾ ਕਰ ਲਿਆ। ਬੁੱਧ ਸਾਹਿਤ ਵਿੱਚ ਇਹ ਸਮਰਾਟ ਮਿਲਿੰਦ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਨੇ ਬੁੱਧ ਧਰਮ ਅਪਣਾ ਲਿਆ ਸੀ। ਕਿਸ ਨੇ? ਮਨਿੰਦਰ ਨੇ, ਜਿਸ ਨੂੰ ਬੁੱਧ ਧਰਮ ਵਿੱਚ ਮਿਲਿੰਦ ਕਿਹਾ ਜਾਂਦਾ ਹੈ। ਜਿਸ ਨੇ ਪੱਛਮੀ ਪੰਜਾਬ, ਪਾਕਿਸਤਾਨ ਵਾਲਾ ਹਿੱਸਾ ਅਤੇ ਕਸ਼ਮੀਰ ਦੇ ਕੁਝ ਖੇਤਰਾਂ 'ਤੇ ਇਸ ਨੇ ਅਧਿਕਾਰ ਕਰ ਲਿਆ ਸੀ। ਸ਼ਕ। ਮੱਧ ਏਸ਼ੀਆ ਤੋਂ ਆਈਆਂ ਜਾਤੀਆਂ ਵਿੱਚ ਸਿਥੀਅਨਸ ਇੱਕ ਕਬੀਲਾ ਸੀ ਜਿਨ੍ਹਾਂ ਨੂੰ ਸ਼ਕ ਵੀ ਕਿਹਾ ਜਾਂਦਾ ਹੈ। ਇਹ ਹਮਲਾਵਰ ਦੇ ਰੂਪ ਵਿੱਚ ਭਾਰਤ ਆਏ ਅਤੇ ਇੱਥੇ ਹੀ ਵਸ ਗਏ। ਸ਼ੁਰੂ ਵਿੱਚ ਸ਼ਕਾਂ ਦੀ ਬਸਤੀਆਂ ਉੱਤਰ ਪੱਛਮੀ ਪੰਜਾਬ, ਉੱਤਰ ਪ੍ਰਦੇਸ਼ ਵਿੱਚ ਮਥੁਰਾ ਅਤੇ ਮੱਧ ਭਾਰਤ ਵਿੱਚ ਸਨ। ਜੋ ਸ਼ਕ ਸੀ, ਸਭ ਤੋਂ ਪਹਿਲਾਂ ਇਹ ਉੱਤਰ ਪੱਛਮੀ ਪੰਜਾਬ, ਉੱਤਰ ਪ੍ਰਦੇਸ਼ ਵਿੱਚ ਮਥੁਰਾ ਅਤੇ ਮੱਧ ਭਾਰਤ ਵਿੱਚ ਸਨ। ਪਰੰਤੂ ਬਾਅਦ ਵਿੱਚ ਪੱਛਮੀ ਭਾਰਤ ਦੇ ਗੁਜਰਾਤ ਅਤੇ ਮੱਧ ਪ੍ਰਦੇਸ਼ ਦਾ ਉਜੈਨ ਦਾ ਖੇਤਰ ਇਹਨਾਂ ਦੀ ਸ਼ਕਤੀ ਦਾ ਕੇਂਦਰ ਬਣ ਗਿਆ ਸੀ। ਗੁਜਰਾਤ ਅਤੇ ਉਜੈਨ, ਜੋ ਕਿ ਮੱਧ ਪ੍ਰਦੇਸ਼ ਵਿੱਚ ਹੈ, ਇਹਨਾਂ ਦੀ ਸ਼ਕਤੀ ਦਾ ਕੇਂਦਰ ਬਣ ਗਿਆ ਸੀ। ਰੁਦਰਾ ਰਮਨ ਪਹਿਲਾ, ਜਿਸ ਨੇ ਸੁਦਰਸ਼ਨ ਝੀਲ ਦੀ ਮੁਰੰਮਤ ਕਰਾਈ ਸੀ। ਰੁਦਰਾ ਰਮਨ ਪਹਿਲਾ, ਜਿਸ ਨੇ 200 ਈਸਵੀ ਵਿੱਚ ਰਾਜ ਕੀਤਾ, ਬਹੁਤ ਮਸ਼ਹੂਰ ਸ਼ਕ ਰਾਜਾ ਸੀ। ਚੌਥੀ ਸਦੀ ਦੇ ਅਖੀਰ ਵਿੱਚ ਗੁਪਤ ਸਮਰਾਟ ਚੰਦਰਗੁਪਤ ਦੂਜਾ ਵਿਕਰਮਦਿੱਤਿਆ ਨੇ ਸ਼ਕਾਂ ਨੂੰ ਜਿੱਤ ਕੇ ਉਹਨਾਂ ਦੇ ਸ਼ਾਸਨ ਦਾ ਅੰਤ ਕਰ ਦਿੱਤਾ ਸੀ, ਭਾਵ ਉਹਨਾਂ ਨੂੰ ਉਜੈਨ ਅਤੇ ਗੁਜਰਾਤ ਵਿੱਚੋਂ ਕੱਢ ਦਿੱਤਾ।